ये वो जो हम कहते हैं ना शतरंज की जो चाल है सबसे जो चालाकी वाली है, ये वैसे हुई क्योंकि जब लोगों पर डायरेक्ट इम्पैक्ट पड़ता है ना, तुरंत दिस वाज लाइक वेरी इमीडिएट, विद इन 24 आवर्स लोगों को महसूस होने लगा कि भाई अब जो हमने इतनी प्लानिंग की थी उसका क्या होगा। टूरिज्म कह लीजिए या जो टूरिस्ट हैं या जो विजिटर्स हैं, चौथा ऐसा नंबर है कनेडियंस का, यानी 4th लार्जेस्ट विजिटर्स जो है इंडिया में वो कनाडा से आते हैं। ਉਸ ਦੇ ਵਿੱਚ ਦਰਅਸਲ ਤਾਂ ਗੱਲ ਇਹ ਆ ਕਿ ਇੱਕ ਸਿੱਧੀ ਜੀ ਗੱਲ ਇਹ ਆ, ਹੱਥ ਉੱਥੇ ਲਾਉਣਾ ਚਾਹੀਦਾ ਜਿੱਥੇ ਦੁੱਖ ਲੱਗਦਾ ਹੋਵੇ, ਦੁਖਦਾ ਹੋਵੇ। ਔਰ ਦੁਖਣ ਵਾਲਾ ਪੁਆਇੰਟ ਇਹੀ ਆ ਕਿ ਜਦੋਂ ਆਮ ਲੋਕਾਂ ਨੂੰ ਵੀਜ਼ੇ ਨਹੀਂ ਮਿਲਣਗੇ, ਉਹ ਪੰਜਾਬ ਨਹੀਂ ਜਾ ਸਕਣਗੇ, ਇੰਡੀਆ ਨਹੀਂ ਜਾ ਸਕਣਗੇ। ਇਹਦੇ 'ਚ ਸਿੱਖ ਭਾਈਚਾਰੇ ਦੇ ਬਹੁਤ ਵੱਡੀ ਗਿਣਤੀ 'ਚ ਲੋਕ ਨੇ, ਫਿਰ ਉਹ ਆਪੇ ਪਿੱਟਣਗੇ। ਟਰੂਡੋ ਸਾਹਿਬ ਨੇ ਜਿਹੜਾ ਡਿਸੀਜਨ ਲਿਆ ਜੀ ਉਹ ਤਾਂ ਠੀਕ ਆ ਵੀ, ਬਾਕੀ ਗੱਲ ਤਾਂ ਇਹ ਆ ਵੀ ਹੁਣ ਟਿਕਟਾਂ ਲਈਆਂ ਹੋਈਆਂ ਸੀਗੀਆਂ, ਇੰਨਾ ਪੈਸਾ ਸਾਡਾ ਵੀ ਵੇਸਟ ਜਾਣਾ ਵਾ। 13-14 ਹਜ਼ਾਰ ਡਾਲਰ ਦੀਆਂ 6 ਟਿਕਟਾਂ ਸੀਗੀਆਂ। Indians are not zero in politics, ਉਹ ਇੰਨੇ ਸੁਪੀ ਹੈਗੇ ਨਾ, ਆਣ ਹੀ ਨਹੀਂ ਦੇਣਾ ਇੱਥੋਂ ਖਾਲਿਸਤਾਨੀਆਂ ਨੂੰ। ਕੀ ਕਰ ਲੂਗੇ ਇੱਥੇ ਰੈਫਰੈਂਡਮ ਕਰਕੇ, ਕੀ ਕਰ ਲੂਗੇ? ਥੋੜਾ ਦਿਮਾਗ ਦਾ ਲਾਓ। ਤੇ ਉਹ ਤਾਂ ਉਹਨੇ ਬਹੁਤ ਚੰਗਾ ਕੀਤਾ ਟਰੂਡੋ ਨੇ। ਇਟ ਇਜ਼ ਸੋ ਇਮੈਚੁਰ। ਔਰ ਮੈਂ ਵੀ ਆ ਦੇਖ ਸਕਦੀ ਹਾਂ, ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈ। ਉਹ ਇੰਨਾ ਪੈਨਿਕ ਕੰਮ ਕਰ ਰਿਹਾ ਨਾ ਟਰੂਡੋ, ਜੇ ਤੂੰ ਖੜਾ ਹੋ ਕੇ ਜਵਾਬ ਨਹੀਂ ਦੇ ਸਕਦਾ ਤਾਂ ਕਦੋਂ ਇਹਨੇ ਕਦੀ ਜਵਾਬ ਦਿੱਤਾ ਹੈ ਪਾਰਲੀਮੈਂਟ? ਸ਼ੀ ਇਜ਼ ਨੈਵਰ ਗਿਵਨ ਐਨ ਆਨਸਰ। ਜੇ ਖਾਲਿਸਤਾਨੀ ਤੁਸੀਂ ਮੰਗਦੇ ਹੀ ਆ, ਤੁਸੀਂ ਗੋ ਬੈਕ ਟੂ ਹੋਮ। ਤੁਸੀਂ ਕੰਟਰੀ ਜਿੱਥੋਂ ਉੱਠ ਕੇ ਆਏ ਆ ਉੱਥੇ ਤੋਂ ਆਪਣੀ ਕੋਈ ਉਹ ਲੈ ਨਹੀਂ ਹੋਇਆ। ਇੱਥੇ ਆ ਕੇ ਤੁਸੀਂ ਇਸ ਕੰਟਰੀ ਨੂੰ ਵੀ ਖਰਾਬ ਕਰਨ ਲੱਗੇ ਆ। ਇੱਥੇ ਇੰਨੇ ਕੁਛ ਇਸ਼ੂ ਚੱਲਦੇ ਪਏ, ਐਡੇ ਕੰਸਰਨ ਚੱਲਦੇ ਪਏ ਹੈਗੇ ਆ। ਇਹ ਕੰਸਰਨ ਵਿੱਚ ਵੜ ਕੇ ਹੁਣ ਆਪਾਂ ਆਪਣੀ ਰੈਪੂਟੇਸ਼ਨ ਇੱਥੇ ਸਾਡਾ ਹੀ ਰਹਿਣਾ ਵੀ ਆਪਣਾ ਗਾ ਫਿਊਚਰ ਆਪਣਾ ਹਾਰਡ ਕਰ ਰਹੇ ਆ। ਬਾਈ ਜੀ ਆ ਜਿਹੜੇ ਲੋਕ ਬੋਲਦੇ ਆ ਟਰੂਡੋ ਫਲਾਨਾ ਭਿੰਗਾ ਫਲਾਨਾ, ਇਹ ਬੋਲੀ ਜਾਂਦੇ ਆ ਉਹਦਾ ਮੂੰਹ ਚੱਕ ਕੇ। ਟਰੂਡੋ ਨੇ ਬਿਆਨ ਸੋਚ ਸਮਝ ਕੇ ਦਿੱਤਾ, ਕੋਈ ਉਹਨੂੰ ਜਾਣਕਾਰੀ ਮਿਲੀ ਹੈ, US ਨੇ ਦਿੱਤੀ ਆ। ਐਵੇਂ ਤਾਂ ਨਹੀਂ ਕਹਤਾ। ਪਹਿਲਾਂ ਉਹਨੇ ਪੂਰਾ ਜ਼ੋਰ ਲਾਇਆ ਉੱਥੇ ਜਾ ਕੇ ਵੀ ਕਹਿ ਕੇ ਮੋਦੀ ਨੂੰ ਬਈ ਹਾਂ ਵੀ ਭਾਈ ਤੁਹਾਡਾ ਇਹ ਹੱਥ ਆ, ਤੁਸੀਂ ਇਹਦੇ ਬਾਰੇ ਸਾਨੂੰ ਦੱਸੋ। ਉਦੋਂ ਉਹਨਾਂ ਨੇ ਪੈਰਾਂ ਨਹੀਂ ਪਾਣੀ ਨਹੀਂ ਪੈਣ ਦਿੱਤਾ। ਹਜ਼ਾਰਾਂ ਸਿੱਖ ਮਾਰ ਕੇ ਇਹਨਾਂ ਨੇ ਪੈਰਾਂ ਤੇ ਪਾਣੀ ਪਾਣ ਦਿੱਤਾ, ਲੱਖਾਂ ਮਾਰ ਕੇ ਸੱਜਣ ਵਰਗੇ ਬਰੀ ਕਰਤੇ। ਤੇ ਉਦੋਂ ਨਹੀਂ ਪੈਰਾਂ ਤੇ ਪਾਣੀ ਪੈਣ ਦਿੱਤਾ। ਉਹਦਾ ਹੁਣ ਕਿਵੇਂ ਮੰਨ ਜਾਣਗੇ ਚੋਰ ਮੁਲਕ ਵਾਲੇ? ਉਹ ਬੋਲੀ ਜਾਂਦੇ ਆ ਕੇ ਮੂੰਹ ਜਾ ਕੇ ਸਾਨੂੰ ਫਰਕ ਪੈ ਗਿਆ, ਸਾਨੂੰ ਫਰਕ ਪੈ ਗਿਆ, ਅਸੀਂ ਵੀ ਜਾਣਾ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਸਾਡੇ ਸਿੱਖ ਹਜ਼ਾਰਾਂ ਸ਼ਹੀਦ ਹੋ ਗਏ, ਉਹਨਾਂ ਨੇ ਆਪਣੇ ਘਰ ਬਰਬਾਦ ਕਰਾ ਲਏ। ਉਹਨਾਂ ਨਾਲ ਤਾਂ ਨਹੀਂ ਉੱਪਰ ਹੋ ਗਿਆ ਸੀ। 4 ਪੈਸੇ ਸਾਡੇ ਮਰ ਜਾਣਗੇ, ਮੌਤ ਨਹੀਂ ਪੈਣ ਲੱਗੀ ਸਾਨੂੰ, ਕਿਤੇ ਨਹੀਂ ਸਾਨੂੰ ਕੁਛ ਹੋਣ ਲੱਗਿਆ ਜੀ। ਤੇ ਆ ਕੇ ਬੋਲ ਦਿੰਦੇ ਆ ਟਰੂਡੋ ਫਲਾਨਾ। ਜਿਹੜਾ ਕੁਛ ਉਹ ਕਰੇ ਉਹ ਦੇਖਦੇ ਨਹੀਂ। ਉਹਨਾਂ ਨੇ ਤਾਂ ਸਗੋਂ ਤੁਹਾਡੀ ਸੰਗੀ ਨੱਪੀ ਆ, ਤੁਹਾਡਾ ਵੀਜ਼ਾ ਬੰਦ ਕੀਤਾ। ਕੈਨੇਡਾ ਨੇ ਫਿਰ ਵੀ ਆਪਣਾ ਬੜਾਪਣ ਦਿਖਾਇਆ। ਇਹਨਾਂ ਨੇ ਬੰਦ ਨਹੀਂ ਕੀਤਾ ਜੀ। ਇਹਨਾਂ ਨੇ ਲੇਬਰ ਚੱਕਣੀ ਹੋਵੇ ਸ੍ਰੀਲੰਕਾ ਤੋਂ, ਇੰਡੋਨੇਸ਼ੀਆ ਤੋਂ, ਜਿੱਥੇ ਮਰਜ਼ੀ ਚੱਕ ਲੈਣ। The Harjinder Singh Show। ਅੱਜ ਵੀ ਜਿਹੜੀ ਅਮਰੀਕਾ ਨੇ ਆਪਣੀ ਸਪੋਰਟ ਜ਼ਾਹਰ ਕੀਤੀ ਆ, ਉਹ ਪ੍ਰੈਜ਼ੀਡੈਂਟ ਨੇ ਨਹੀਂ ਕਿਹਾ, ਸਗੋਂ ਮਿਸਟਰ ਸਲੀਵਨ ਜਿਹੜੇ ਕਿ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਨੇ ਕਿਹਾ ਕਿ ਕੈਨੇਡਾ ਇਕੱਲਾ ਨਹੀਂ ਹੈ। ਔਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹੋ ਸਕਦਾ ਜਿਹੜੀ ਇਨਫੋਰਮੇਸ਼ਨ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਐਲਾਨ ਕੀਤੀ ਹੈ, ਉਹ ਇਨਫੋਰਮੇਸ਼ਨ US ਇੰਟੈਲੀਜੈਂਸ ਤੋਂ ਹੀ ਲਈ ਹੋਵੇ। ਤੁਹਾਨੂੰ ਲੱਗਦਾ ਕਿ ਜਿਹੜੇ ਕੈਨੇਡਾ ਭਾਰਤ ਦੇ ਰਿਲੇਸ਼ਨਸ਼ਿਪ ਨੇ वो हुण लंबा समा ठीक नहीं होने? मेरा तो यही सोचना है कि इसमें समय लगेगा, और वो इसलिए भी मिस सिंह क्योंकि जब इतने बड़े बड़े डिसीजंस ले लिए जाते हैं, जैसा कि कनाडा की सरकार ने अपने डिप्लोमैट्स बुला लिए, इंडिया की सरकार ने अपने डिप्लोमैट्स जो है उन्हें वापस बुला लिया गया कनेडियन सिटीजन्स के लिए, ये बहुत बड़े मूव हैं। ट्रेड टॉक्स पर भी प्रभाव पड़ सकता है। जब तक बात सरकारों के बीच में हो, बयानबाजी हो, ट्रेड टॉक्स में विघन हो, कुछ दिक्कतें हो, तो वो आम इंसान मेरे जैसे एवरीडे लोगों को वो इम्पैक्ट नहीं करती डायरेक्टली। जब तक हमें इम्पैक्ट महसूस होता है, उसमें 2-3 महीने यूजुअली निकल जाते हैं, तब तक बात कई बार ठंडी भी पड़ जाती है या कई बार रिलेशंस ठीक भी हो जाते हैं। लेकिन वीजा सस्पेंड करके it has directly impacted Canadians। 24 घंटे भी नहीं हुए थे मिसेस हिंद, एंड a lot of people, बहुत सारे लोगों ने आगे आके अपनी स्टोरी शेयर करनी शुरू कर दी है कि उन्हें तो नवंबर में इंडिया जाना था, ये फैमिली फंक्शन था, ये शादी थी, ये प्लान थे। कई लोग तो अपने स्पाउसेस को लेके जाना चाहते थे जो उनके परिवारों से मिले नहीं। सो ऐसी बहुत सारी स्टोरी सामने आने लगी हैं ऑलरेडी, और आई थिंक आने वाले दिनों में, आने वाले हफ्तों में और आएंगी,
जब एवरीडे लोग जैसे हम, मेरे आपके जैसे लोगों पे इम्पैक्ट पड़ता है, और इतना बड़ा डिसीजन कि आप वीजा सस्पेंड कर दो, इसको बहाल करने में समय लगेगा। क्योंकि ऐसा नहीं है कि इंडिया की सरकार हफ्ते 2 हफ्ते में कही अरे गलती हो गई, वी आर नाउ इशूइंग वीजा, हम इस चीज को दोबारा से रीइंस्टेट कर रहे हैं। इस बड़े डिसीजन को वापस लेने में एक बहुत बड़ी डेवलपमेंट, एक बहुत बड़ी नेगोशिएशन और डिप्लोमेटिक डिस्कशन होगी, जिसके बाद ही इतना बड़ा डिसीजन वापस लिया जा सकता है। तो मुझे लगता है कि इसमें समय लगेगा। और पूजा जी, 2 ਸਰਕਾਰਾਂ ਦਾ ਆਪਸ ਵਿੱਚ ਹੀ ਝਗੜਾ, ਕੈਨੇਡਾ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਦਾ, ਪ੍ਰਧਾਨ ਮੰਤਰੀ ਲੈਵਲ ਤੋਂ ਲੈ ਕੇ ਉਹਨਾਂ ਦੇ ਡਿਪਲੋਮੈਟਿਕ ਲੈਵਲ ਤੱਕ। ਪਰ ਸਫ਼ਰ ਕਰ ਰਹੇ ਨੇ ਆਮ ਲੋਕ, ਜਿਨ੍ਹਾਂ ਨੇ ਪੰਜਾਬ ਜਾਣਾ ਸੀ, ਇੰਡੀਆ ਜਾਣਾ ਸੀ, ਕਿਸੇ ਕੰਮ, ਕਿਸੇ ਨੇ ਕਿਸੇ ਕੰਮ, ਵੀਜ਼ੇ ਹੁਣ ਉਹਨਾਂ ਨੂੰ ਨਹੀਂ ਮਿਲਣੇ। ਪਰ ਕੀ ਇਹ ਸਜ਼ਾ ਦੇਣੀ ਭਾਰਤ ਦਾ ਡਿਪਲੋਮੈਟਿਕ ਡਿਸੀਜਨ ਇਹ ਠੀਕ ਆ ਕਿ ਆਮ ਲੋਕਾਂ ਨੂੰ ਸਜ਼ਾ ਦਿੱਤੀ ਜਾਏ? ਉਹ ਆਪਣੇ ਉੱਪਰਲੇ ਲੈਵਲ ਦੇ ਉੱਤੇ ਜੋ ਮਰਜ਼ੀ ਆਪਸ ਵਿੱਚ ਹੀ ਕਰਦੇ ਰਹਿੰਦੇ। यस, ये आपकी बात ठीक है कि अपने ऊपर लेवल पर करते रहते तो शायद बेहतर होता। ये मुझे लगता है कि वो जो हम कहते हैं ना, शतरंज की जो चाल है, सबसे जो चालाकी वाली है, ये वैसे हुई क्योंकि जब लोगों पर डायरेक्ट इम्पैक्ट पड़ता है ना, और तुरंत, दिस वाज लाइक वेरी इमीडिएट, विद इन 24 आवर्स लोगों को महसूस होने लगा कि भाई अब जो हमने इतनी प्लानिंग की थी उसका क्या होगा। किसी को प्रॉपर्टी बेचने जाना था, किसी का छोटा मोटा कारोबार है, या कोई बिटवीन इंडिया कनाडा है अगर कुछ बिजनेस, तो वो भी इम्पैक्ट हो सकता है। बहुत सारी चीजें हैं। तो जब इस लोगों को इम्पैक्ट पड़ता है ना, तो इट इज, वो कहते हैं ना, मजा चखाने वाली बात कि अब आप देखो। और आप मानिए कि न्यूज रूम में जिस दिन ये ऐलान हुआ है, वेंसडे इंडिया टाइम, वेंसडे ये ऐलान हुआ, उससे पहले एक दिन न्यूज रूम में डिस्कशन थी कि हो सकता है इंडिया कदम उठाए, क्योंकि इंडिया को ये पता है कि इससे डायरेक्ट इम्पैक्ट पड़ेगा कनेडियंस पे। इंडिया में जो टूरिज्म कह लीजिए, या जो टूरिस्ट हैं, या जो विजिटर्स हैं, चौथा ऐसा नंबर है कनेडियंस का, यानी 4th लार्जेस्ट विजिटर्स जो है इंडिया में, वो कनाडा से आते हैं, विच इज अ बिग चंक, यानी बहुत सारे लोग कनाडा से इंडिया जाते हैं। सो ये उनकी कह लीजिए जानबूझकर एक चालाकी है, या एक वो शतरंज वाली चाल है कि भी अब डायरेक्टली आपको इस पे इम्पैक्ट पड़ेगा। अब आप बताइए। तो अच्छा, ये भी पूछा से क्या आप भी बंद करेंगे वीजा? तो ऑफ कोर्स उन्होंने तो कोई स्पष्ट जवाब नहीं दिया, लेकिन जो लेबर मार्केट के एक्सपर्ट्स हैं उनका कहना है कि पॉसिबल नहीं होगा कनाडा के लिए, क्योंकि जो कनाडा में लेबर है, जो इकोनॉमी है, वो भारत के इमिग्रेंट्स पे बहुत डिपेंड करती है। पूजा जी, बड़ी मेहरबानी, शुक्रिया। थैंक यू। पूजा ਸੇਖੋਂ ਜੀ ਗੱਲਬਾਤ ਕਰ ਰਹੇ ਸਨ, ਜਿਹੜੇ ਕਿ ਸਾਡੇ ਪ੍ਰੋਗਰਾਮ ਡਾਇਰੈਕਟਰ ਨੇ। ਹੁਣ ਗੱਲ ਇਹ ਆ ਕਿ ਜਿਹੜੀ ਪੂਜਾ ਜੀ ਕਹਿ ਰਹੇ ਨੇ ਕਿ ਸ਼ਤਰੰਜ ਦੀ ਇਹ ਚਾਲ ਦਾ ਇੱਕ ਗੇਮ ਦਾ ਇੱਕ ਚਾਲ ਹੈ, ਜਾਂ ਇਹ ਚਲਾਕੀ ਹੈ, ਜਾਂ ਜੋ ਵੀ ਉਹਨਾਂ ਨੇ ਕਿਹਾ, ਉਸ ਦੇ ਵਿੱਚ ਦਰਅਸਲ ਤਾਂ ਗੱਲ ਇਹ ਆ ਕਿ ਇੱਕ ਸਿੱਧੀ ਜੀ ਗੱਲ ਇਹ ਆ, ਹੱਥ ਉੱਥੇ ਲਾਉਣਾ ਚਾਹੀਦਾ ਜਿੱਥੇ ਦੁਖਦਾ ਹੋਵੇ। ਔਰ ਦੁਖਣ ਵਾਲਾ ਪੁਆਇੰਟ ਇਹੀ ਆ ਕਿ ਜਦੋਂ ਆਮ ਲੋਕਾਂ ਨੂੰ ਵੀਜ਼ੇ ਨਹੀਂ ਮਿਲਣਗੇ, ਉਹ ਪੰਜਾਬ ਨਹੀਂ ਜਾ ਸਕਣਗੇ, ਇੰਡੀਆ ਨਹੀਂ ਜਾ ਸਕਣਗੇ। ਇਹਦੇ 'ਚ ਸਿੱਖ ਭਾਈਚਾਰੇ ਦੇ ਬਹੁਤ ਵੱਡੀ ਗਿਣਤੀ 'ਚ ਲੋਕ ਨੇ, ਫਿਰ ਉਹ ਆਪੇ ਪਿੱਟਣਗੇ ਜਾ ਕੇ, ਉਹ ਆਪਣੇ MPs ਨੂੰ ਕਹਿਣਗੇ, MPs ਜਾ ਕੇ ਪ੍ਰਧਾਨ ਮੰਤਰੀ, ਫਿਰ ਪ੍ਰਧਾਨ ਮੰਤਰੀ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਦੇ ਜਿਹੜੇ ਵੋਟਰ, ਇਹਨਾਂ ਦੇ ਜਿਹੜੇ ਇਹ ਨਾਗਰਿਕ ਨੇ, ਹਾਲ ਕਰਨ ਲੱਗ ਪਏ। ਸੋ ਪਰ ਸ਼ਾਇਦ ਉਹ ਕਿਤੇ ਇਹ ਭੁੱਲ ਰਹੇ ਨੇ ਕਿ ਜਿਹੜੀ ਹਾਲ ਕਰਨੀ ਆ ਸੋ ਕਰਨੀ ਆ, ਉਹਦੇ ਨਾਲ ਭਾਰਤ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ, ਜਾਂ ਇਹ ਡਿਪਲੋਮੈਟਿਕ ਜਿਹੜੀ ਡਿਸੀਜਨ ਆ, ਇਹਨਾਂ ਪ੍ਰਤੀ ਵੀ ਵਿਰੋਧਤਾ ਵਧੇਗੀ। ਖੈਰ, ਉਹਨਾਂ ਨੇ ਜਿਹੜਾ ਫੈਸਲਾ ਸੀ ਉਹ ਲੈ ਲਿਆ। ਹੁਣ ਡਰ ਇਸ ਗੱਲ ਦਾ ਕਿ ਕਿਤੇ ਰਿਟੈਲੀਏਸ਼ਨ ਦੇ ਵਿੱਚ ਉਹ ਏਅਰ ਇੰਡੀਆ ਦੀਆਂ ਫਲਾਈਟਸ ਨੂੰ ਕੈਨੇਡਾ ਦੀ ਸਰਕਾਰ ਇੱਥੇ ਉਤਰਨ ਤੋਂ ਨਾ ਰੋਕ ਦੇਵੇ। ਅੱਗੇ ਕੀਤਾ, ਦੁਬਈ ਦੀ ਇੱਥੇ ਫਲਾਈਟਸ ਨਹੀਂ ਆਉਂਦੀਆਂ, ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਦਾ ਡਿਪਲੋਮੈਟ ਕੱਢ ਦਿੱਤਾ, ਉਹਨਾਂ ਨੇ ਉਹਨਾਂ ਦਾ ਡਿਪਲੋਮੈਟ ਕੱਢ ਦਿੱਤਾ, ਉਹਨਾਂ ਨੇ ਵੀਜ਼ੇ ਬੰਦ ਕਰ ਦਿੱਤੇ। ਉਹ ਸੋਚ ਰਹੇ ਆ ਕਿ ਅਸੀਂ ਵੀ ਵੀਜ਼ੇ ਬੰਦ ਕਰ ਦਈਏ, ਭਾਵੇਂ ਲੇਬਰ ਦੀ ਇਸ਼ੂ ਹੈਗਾ। ਲੇਬਰ ਤਾਂ ਉਹ ਕਿਤੇ ਬੰਗਲਾਦੇਸ਼ 'ਚੋਂ ਚੁੱਕ ਲੈਣਗੇ, ਸ੍ਰੀਲੰਕਾ 'ਚ ਚੁੱਕ ਲੈਣਗੇ, ਬਥੇਰੇ ਲੋਕ ਇੱਥੇ ਆਉਣ ਫਿਰਦੇ ਆ, ਮੈਕਸੀਕੋ 'ਚ ਚੁੱਕ ਲੈਣਗੇ। ਪਰ ਕਿਤੇ ਰਿਟੈਲੀਏਸ਼ਨ ਦੇ ਵਿੱਚ ਜਦੋਂ ਟਿੱਟ ਫਾਰ ਟੈਟ ਕਰਦਿਆਂ ਜੇ ਹੁਣ ਏਅਰ ਇੰਡੀਆ ਦੀਆਂ ਫਲਾਈਟਸ ਨੂੰ ਕੈਨੇਡਾ ਇੱਥੇ ਲੈਂਡ ਕਰਨ ਤੋਂ ਰੋਕ ਦਿੰਦਾ, ਤਾਂ ਕਿੰਨੇ ਲੋਕ ਨੇ ਜਿਹੜੇ ਉੱਥੇ ਗਏ ਹੋਏ ਨੇ ਏਅਰ ਇੰਡੀਆ ਦੇ ਟਿਕਟਾਂ ਲੈ ਕੇ, ਅਤੇ ਉਹਨਾਂ ਨੂੰ ਕਿੰਨੀਆਂ ਦਿੱਕਤਾਂ ਆਉਣਗੀਆਂ। ਲੋਕ ਉੱਥੇ ਫਸ ਨਾ ਜਾਣ,
ਇਸ ਗੱਲ ਕਰਕੇ ਵਿਗੜ ਰਹੇ ਸਬੰਧਾਂ ਦੀ ਰੌਸ਼ਨੀ ਦੇ ਵਿੱਚ ਉੱਥੇ ਪੈਨਿਕ ਇਹ ਆ ਜਿਹੜੇ ਕੈਨੇਡੀਅਨ ਲੋਕ ਉੱਥੇ ਗਏ ਹੋਏ ਆ ਕਿ ਛੇਤੀ ਵਾਪਸ ਚੱਲੀਏ। ਉਸ ਦੇ ਨਤੀਜੇ ਦੇ ਤੌਰ 'ਤੇ ਏਅਰਲਾਈਨਸ ਦੇ ਦਫ਼ਤਰਾਂ ਦੇ ਵਿੱਚ ਭੀੜ ਭੜੱਕਾ ਅਤੇ ਹੋਰ ਕਈ ਕਿਸਮ ਦਾ ਰਸ਼ ਹੋ ਗਿਆ ਹੈ। ਸਾਡੇ ਪਹਿਲੇ ਕਾਲਰ ਨੇ ਹਰਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਰ ਜੀ ਮੈਨੂੰ ਐਂ ਲੱਗਦਾ ਜੀ, ਵੈਸੇ ਮੈਂ ਲਿਬਰਲ ਤਾਂ ਨਹੀਂ ਹੈਗਾ, ਪਰ ਇਸ ਟਾਈਮ ਜੇ ਆਪਾਂ ਦੇਖੀਏ ਰੋਟੀ ਕੱਪੜਾ ਮਕਾਨ ਕੈਨੇਡਾ ਤੋਂ ਮਿਲਦਾ, ਤੇ ਆਪਾਂ ਨੂੰ ਆਪਣੇ ਪਰਸਨਲ ਹਿੱਤਾਂ ਨੂੰ ਛੱਡ ਕੇ ਆਪਦੀ ਕੰਟਰੀ ਨਾਲ ਖੜਨਾ ਚਾਹੀਦਾ। ਜੇ ਉਹਨਾਂ ਨੇ ਕੋਈ ਸਟੈਂਡ ਲਿਆ, ਦੂਜੀ ਕੰਟਰੀ 'ਚ ਆ ਕੇ ਬੰਦਾ ਮਾਰਿਆ, ਕੱਲ੍ਹ ਨੂੰ ਕਿਸੇ ਨਾਲ ਵੀ ਕੋਈ ਗੋਰੇ ਨੂੰ ਮਾਰਨ ਦੇ ਰਸ਼ੀਏ ਤੋਂ ਆ ਕੇ ਆਪਾਂ ਫਿਰ ਵੀ ਇਹੀ ਕਹਿਣਾ ਸੀਗਾ। ਮੈਨੂੰ ਲੱਗਦਾ ਕੰਟਰੀ ਨਾਲ ਖੜਨਾ ਚਾਹੀਦਾ ਜੀ। ਹੁਣ ਥੋੜਾ ਟਾਈਮ ਔਖੇ ਵੀ ਹੋ ਜਾਵਾਂਗੇ ਤਾਂ ਵੀ ਕੋਈ ਗੱਲ ਨਹੀਂ, ਬਸ ਇਹ ਕਹਿਣਾ ਸੀ। ਥੈਂਕ ਯੂ ਜੀ। ਥੈਂਕ ਯੂ। ਦੀਪ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਟਰੂਡੋ ਸਾਹਿਬ ਨੇ ਜਿਹੜਾ ਡਿਸੀਜਨ ਲਿਆ ਜੀ ਉਹ ਤਾਂ ਠੀਕ ਆ ਵੀ। ਬਾਕੀ ਗੱਲ ਤਾਂ ਇਹ ਆ ਵੀ ਹੁਣ ਟਿਕਟਾਂ ਲਈਆਂ ਹੋਈਆਂ ਸੀਗੀਆਂ, ਇੰਨਾ ਪੈਸਾ ਸਾਡਾ ਵੀ ਵੇਸਟ ਜਾਣਾ ਵਾ। 13-14 ਹਜ਼ਾਰ ਡਾਲਰ ਦੀਆਂ 6 ਟਿਕਟਾਂ ਸੀਗੀਆਂ। ਟਿਕਟਾਂ ਵਾਲੇ ਮਨੀ ਰਿਫੰਡ ਕਰ ਰਹੇ ਗੇ। ਉਹ ਰਿਫੰਡ ਨਹੀਂ ਕਰ ਰਹੇ? ਨਹੀਂ ਕਰ ਰਹੇ ਜੀ। ਕਿਉਂ? ਕੁਛ ਕੱਟ ਕੇ ਵੀ ਨਹੀਂ ਕਹਿੰਦੇ ਵੀ ਦੀ ਨੌਨ ਰਿਫੰਡ ਵਾਲਾ ਵਾਲੇ। ਕਿਉਂਕਿ ਆਮ ਤੌਰ 'ਤੇ ਵਿੱਚ ਥੋੜ੍ਹੇ ਜਿਹੇ ਪੈਸੇ ਕੱਟ ਲੈਂਦੇ ਹੁੰਦੇ ਆ ਆਪਣੀ ਫੀਸ ਜਾਂ ਜੋ ਵੀ ਹੈ, ਫਿਰ ਉਸ ਤੋਂ ਬਾਅਦ ਬਾਕੀ ਦੇ ਪੈਸੇ ਵਾਪਸ ਕਰ ਦਿੰਦੇ ਆ। ਹਾਂਜੀ, ਉਹ ਕਹਿੰਦੇ ਵੀ ਨਹੀਂ ਇਹ ਹੋਣਾ ਨਹੀਂ ਗਾ ਵਾਪਸ। ਹੁਣ ਜਾਂ ਤਾਂ ਫਿਰ ਟਰੂਡੋ ਸਾਹਿਬ ਨੂੰ ਚਾਹੀਦਾ, ਹੁਣ ਉੱਧਰ ਯੂਕਰੇਨ ਦੀ ਵੀ ਮਦਦ ਕਰੀ ਜਾਂਦੇ, ਇੱਧਰ ਵੀ ਕਰਨ ਥੋੜੀ ਘਣੀ। ਕਿਹੜੀ ਏਅਰਲਾਈਨ 'ਚ ਜਾਣਾ ਸੀ ਤੁਸੀਂ? ਕੈਥੇ ਪੈਸੀਫਿਕ ਜੀ। ਇੱਕ ਤਾਂ ਡੈਡੀ ਨੇ ਮੇਰੇ ਨੇ ਜਾਣਾ ਸੀ 22 ਦਸੰਬਰ ਨੂੰ, ਅਸੀਂ ਜਾਣਾ ਸੀ 22 ਅਕਤੂਬਰ ਨੂੰ, ਅਸੀਂ ਜਾਣਾ ਸੀ ਦਸੰਬਰ 3 ਨੂੰ। ਹੁਣ ਕੈਂਸਲ ਆ ਟ੍ਰਿਪ? ਹਾਂਜੀ, ਫਿਰ ਜੋ ਵੀਜ਼ੇ ਨਹੀਂ ਮਿਲਣੇ ਜਵਾਕਾਂ ਨੂੰ ਵੀ, ਡੈਡੀ ਉਹਨਾਂ ਨੂੰ ਵੀ, ਫਿਰ ਜਾ ਨਹੀਂ ਹੋਣਾ। ਥੈਂਕ ਯੂ। ਲੋਕ ਇੰਪੈਕਟ ਤੇ ਹੋ ਰਹੇ ਨੇ। ਤਰਸੇਮ ਸਿੰਘ ਜੀ। ਹਾਂ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੌਲ ਸਾਹਿਬ। ਬਾਈ ਜੀ, ਪਹਿਲਾਂ ਤਾਂ ਜਦ ਉਹ ਆਪਣੇ ਸੱਤਾ ਦੇ ਵਿੱਚ ਆਇਆ ਹੈਗਾ ਆਪਣਾ ਬੰਦਾ ਟਰੂਡੋ ਸਾਹਿਬ, ਇਹਨੂੰ ਐਡੀ ਮਤਲਬ ਆਪਣੀ ਭਲ ਬਚਾਉਣ ਦੀ ਕੀ ਲੋੜ ਸੀਗੀ ਵੀ ਮੇਰੀ ਕੈਬਨ ਦੇ ਵਿੱਚ 6 ਮਿਨਿਸਟਰ ਹੈਗੇ ਆ ਤਾਂ ਆਪਣੇ ਮੋਦੀ ਸਾਹਿਬ ਤੇਰੇ ਕੋਲ ਇੱਕ ਵੀ ਨਹੀਂ ਹੈਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕੀ ਲੋੜ ਸੀਗੀ। ਨਾਲੇ ਜਿੰਨੀ ਕਿ ਪਾਪੂਲੇਸ਼ਨ ਨੂੰ ਹੋਲਡ ਕਰ ਰਿਹਾ ਪ੍ਰਾਈਮ ਮਿਨਿਸਟਰ ਟਰੂਡੋ ਸਾਡਾ, ਉਹਨੇ ਤਾਂ ਲੋਕੀ ਆਪਣੀ ਇੰਨੀ ਕਿ ਤਾਂ ਪਬਲਿਕ ਮੋਦੀ ਨੇ ਜੋ ਸਾਡੀ ਇੰਡੀਆ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਸਿੱਟੀ ਹੋਈ ਆ। ਇਹਨੂੰ ਇੱਦਾਂ ਦੀਆਂ ਗੱਪਾਂ, ਇਹਨੂੰ ਇੱਦਾਂ ਦੇ ਬਿਆਨ ਨਹੀਂ ਸੀ ਦੇਣੇ ਚਾਹੀਦੇ। ਅਨਮੈਚੋਰ ਬੰਦਾ ਹੈਗਾ ਇਹ, ਉਹ ਅਨਮੈਚੋਰ ਬੰਦਾ ਹੈਗਾ। ਪਰ ਆਹ ਜਿਹੜੇ ਹੁਣ ਬੰਦ ਕਰਤੇ ਵੀਜ਼ੇ, ਇਹ ਤੁਹਾਨੂੰ ਪ੍ਰਭਾਵਿਤ ਕਰ ਰਹੇ ਕਿਵੇਂ? ਹਾਂ ਜੀ, ਕਰ ਰਿਹਾ ਜੀ। ਮੈਂ ਜਾ ਰਿਹਾ ਸੀ ਕੱਲ੍ਹ ਪਰਸੋਂ ਨੂੰ, ਮੈਂ ਆਪਣੀ ਟਿਕਟ ਲੈ ਰਿਹਾ ਸੀ ਅੱਜ। ਅੱਛਾ। ਅੱਜ ਮੈਂ ਆਪਣੀ ਟਿਕਟ ਲੈ ਰਿਹਾ ਸੀ, ਮੈਂ ਜਾਣਾ ਸੀ ਅੱਜ ਸਵੇਰੇ। ਹੁਣ ਤੇ ਗੱਲ ਕੀਤੀ ਸੀ ਮੇਰੀ, ਤਾਂ ਉਹ ਮੇਰਾ ਭਰਾ ਬਿਮਾਰ ਸੀ, ਇਸ ਕਰਕੇ ਮੈਂ ਉਹ ਆਏ ਨੂੰ ਵੀ ਮੈਨੂੰ 2 ਮਹੀਨੇ 1.5 ਹੋਇਆ ਅਜੇ, ਪਰ ਉਹ ਜ਼ਿਆਦਾ ਸਿੱਖ ਹੋ ਗਿਆ ਸੀਗਾ, ਤਾਂ ਉਹ ਇਸ ਕਰਕੇ ਫਿਰ ਮੈਂ ਜਾਣਾ ਸੀ ਜ਼ਰੂਰੀ। ਅੱਜ ਮੈਂ ਉਹ ਟਿਕਟ ਲੈ ਲੈਣੀ ਸੀ, ਤਾਂ ਪਰਸੋਂ ਨੂੰ ਮੈਂ ਜਾਣਾ ਸੀਗਾ, ਤਾਂ ਅਜੇ ਮੈਂ ਟਿਕਟ ਖਰੀਦੀ ਨਹੀਂ ਸੀ, ਪੈਸੇ ਨਹੀਂ ਸੀ ਦਿੱਤੇ, ਇਸ ਕਰਕੇ ਮੈਂ ਬਚ ਗਿਆ ਹੈਗਾ। ਥੈਂਕ ਯੂ। ਮੋਨਿਕਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੋਨਿਕਾ ਜੀ। ਮੈਂ ਨਾ ਇੱਕ ਜ਼ਰੂਰ ਗੱਲ ਕਹੂੰਗੀ, ਤਾਂ ਮੈਂ ਤੁਹਾਨੂੰ ਵੀ ਦੱਸੂੰਗੀ ਜੋ ਤੁਸੀਂ ਪੁੱਛ ਰਹੇ ਹੋ, ਬਟ ਨਾ ਸਾਨੂੰ ਲੋਕਾਂ ਨੂੰ ਨਾ ਇੰਨਾ ਉਹ ਨਹੀਂ ਹੋਣਾ ਚਾਹੀਦਾ। ਹਾਲੇ ਤੱਕ ਕੋਈ ਪ੍ਰੂਫ ਨਹੀਂ ਆਇਆ ਤਾਂ ਕੋਈ, ਜਿਵੇਂ ਲੋਕ ਕਹਿ ਰਹੇ ਆ ਨਾ ਕਿ ਅਰੇ ਉਹ ਤਾਂ ਉਹਨੇ ਬਹੁਤ ਚੰਗਾ ਕੀਤਾ ਟਰੂਡੋ ਨੇ, ਇਟ ਇਜ਼ ਸੋ ਇਮੈਚਿਓਰ। ਔਰ ਮੈਂ ਵੀ ਆ ਦੇਖ ਸਕਦੀ ਹਾਂ, ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈ। ਉਹ ਇੰਨਾ ਪੈਨਿਕ 'ਚ ਕੰਮ ਕਰ ਰਿਹਾ ਨਾ ਟਰੂਡੋ। ਜੇ ਤੂੰ ਖੜਾ ਹੋ ਕੇ ਜਵਾਬ ਨਹੀਂ ਦੇ ਸਕਦਾ ਤਾਂ ਕਦੋਂ ਇਹਨੇ ਕਦੀ ਜਵਾਬ ਦਿੱਤਾ ਪਾਰਲੀਮੈਂਟ 'ਚ? ਹੀ ਇਜ਼ ਨੈਵਰ ਗਿਵਨ ਐਨ ਆਨਸਰ। ਉਹ ਪੋਲੀਅਰ ਕਹਿ ਕੇ ਥੱਕ ਜਾਂਦਾ, ਆਨਸਰ ਦੇ ਆਨਸਰ। ਇਹ ਤੋਂ ਇੱਕ ਆਨਸਰ ਤਾਂ ਦਿੱਤਾ ਨਹੀਂ ਜਾਂਦਾ। ਇੰਨਾ ਵੱਡਾ ਇਹਨੇ ਪੈਨਿਕ ਸਟੈਪ ਚੱਕ ਲਿਆ। ਤਾਂ ਜੇ ਗੱਲ ਹੈ ਇੰਡੀਆ ਜਾਣ ਦੀ, ਮੈਂ ਤਾਂ ਸੋਚ ਰਹੀ ਸੀ ਜ਼ਮੀਰ ਸਾਡੇ ਦੀ ਸਭ ਤੋਂ ਵੱਡਾ ਹੈ। ਰੋਟੀ ਕੱਪੜਾ ਮਕਾਨ, ਇੰਡੀਆ 'ਚ ਕੋਈ ਭੁੱਖਾ ਤਾਂ ਰਿਹਾ ਨਹੀਂ। ਜਿਹਦੇ ਕੋਲ ਪੈਸੇ ਸੀ ਉਹੀ ਆਇਆ ਸੀ, ਪੈਸੇ ਲੈ ਕੇ ਹੀ ਆਏ ਆ ਲੋਕ ਇੱਥੇ। ਤਾਂ ਮੈਂ ਤਾਂ ਆਹ ਸੋਚੀ ਸੀ, ਜੇ ਆ ਕਹੋਗੇ ਨਾ ਇੰਡੀਆ ਨਹੀਂ ਜਾਣਾ, ਮੈਂ ਕਹੂੰਗੀ ਆ ਰਿਹਾ ਤੁਹਾਡਾ ਪਾਸਪੋਰਟ ਕੈਨੇਡਾ ਦਾ, ਮੈਂ ਚੱਲੀ ਇੰਡੀਆ, ਚੱਲੀ ਆਪਣੇ ਬੱਚੇ ਨੂੰ ਲੈ ਕੇ ਇੰਡੀਆ। ਆਹ ਕੈਪਟਿਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਨੂੰ, ਤਾਂ ਇਹਨੂੰ ਹੱਥ ਨਹੀਂ ਲਾਇਆ ਗਿਆ ਸੀ। ਉਦੋਂ ਆਪਣੇ ਡਿਪਲੋਮੈਟ ਉਹਦੀ ਪੁਲਿਸ 'ਚ ਰੋਤਾ ਹੈ, ਜੇਲ੍ਹ 'ਚ ਸੀ, ਉਹਨਾਂ ਲਾਇਆ ਨਹੀਂ। ਹਾਊ ਡੇਅਰ ਹੀ ਦਿਸ ਵਿਦਆਊਟ ਐਨੀ ਪ੍ਰੂਫ? ਪੋਲਿਟਿਕਸ, ਇੰਡੀਅਨਸ ਆਰ ਨਾਟ ਜ਼ੀਰੋ ਇਨ ਪੋਲਿਟਿਕਸ। ਉਹ ਇੰਨੇ ਪ੍ਰੂਫ ਨਹੀਂ ਹੈਗੇ। ਉਹਨਾਂ ਨੇ ਆਉਣ ਹੀ ਨਹੀਂ ਦੇਣਾ ਇੱਥੋਂ ਖਾਲਿਸਤਾਨੀਆਂ ਨੂੰ। ਕੀ ਕਰ ਲੂਗੇ ਇੱਥੇ?
रेफरेंडम करके ठीक कर लूगे, थोड़ा दिमाग का लाओ। ਥੈਂਕ ਯੂ ਮੋਨਿਕਾ ਜੀ। ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੋ ਵੀ ਹੋਇਆ ਹੈਗਾ, ਜਸਟਿਨ ਟਰੂਡੋ ਨੇ ਜੋ ਵੀ ਕਿਹਾ ਜਾਂ ਉਹ ਸਾਨੂੰ ਪ੍ਰਭਾਵਿਤ ਤੇ ਕਰ ਰਿਹਾ। ਮੇਰੇ ਵੀ ਮੈਸੇਜ 'ਚ ਅਸੀਂ ਆਪਣੇ ਮਮ ਦੇ ਰਿਮੇਨਸ ਲੈ ਕੇ ਜਾਣੇ ਸੀ ਇੰਡੀਆ। ਸਾਡਾ ਪੂਰਾ ਪਲਾਨ ਸੀ ਨਵੰਬਰ 'ਚ ਜਾਣ ਦਾ, ਪੂਰੀ ਫੈਮਿਲੀ ਦਾ, ਤੇ ਹਾਲੇ ਅਸੀਂ ਟਿਕਟਾਂ ਨਹੀਂ ਸੀ ਖਰੀਦੀਆਂ ਐਂਡ ਦੈਨ ਵੀਜ਼ਾ ਨਹੀਂ ਸੀ ਲਿੱਤਾ ਹੋਇਆ। ਸੋ ਡੈਫੀਨੇਟਲੀ ਇਟ ਇੰਪੈਕਟ ਅਸ ਬਹੁਤ ਜ਼ਿਆਦਾ ਸਾਨੂੰ, ਕਿਉਂਕਿ ਹੁਣ ਪਤਾ ਨਹੀਂ ਕਿੰਨਾ ਚਿਰ ਲੱਗੇਗਾ। ਆਈ ਡੋਂਟ ਥਿੰਕ ਸੋ ਕਿ ਇਟ ਵਿਲ ਬੀ ਲਾਈਕ ਦਿਸ ਫੋਰਐਵਰ। ਆਈ ਸ਼ੋਰ ਕਿ ਇਹਦੇ 'ਚ ਕੋਈ ਤਾਂ ਪ੍ਰੋਗਰੈਸ ਹੋਏਗੀ। ਔਰ ਜੇ ਅਗਰ ਕਿਸੇ ਪ੍ਰਾਈਮ ਮਿਨਿਸਟਰ ਨੇ ਡਿਸੀਜਨ ਲਿੱਤਾ ਹੈ ਨਾ, ਤੇ ਉਹਨੂੰ ਉਹਨਾਂ ਦੀ ਐਕਸਪਰਟੀਜ਼ ਦਾ ਉਹਨੂੰ ਪਤਾ ਹੈਗਾ ਐਂਡ ਉਹਨੇ ਜਿਸ ਬੇਸ 'ਤੇ ਲਿੱਤਾ ਹੈਗਾ ਉਹ ਆਈ ਐਮ ਸ਼ੋਰ ਹੀ ਨੋਜ਼ ਵਟ ਹੀ ਇਜ਼ ਡੂਇੰਗ। ਤੇ ਜਦੋਂ ਵੀ ਤੁਹਾਡੀ ਕੋਈ ਜ਼ਮੀਨ 'ਤੇ ਆ ਕੇ ਤੇ ਤੁਹਾਨੂੰ ਕੋਈ ਲਲਕਾਰਦਾ ਨਾ ਇਸ ਤਰ੍ਹਾਂ, ਤਾਂ ਕੋਈ ਵੀ ਬੰਦਾ ਜਿਹੜਾ ਆਮ ਆ ਉਹ ਕਰੇਗਾ। ਸੋ ਪ੍ਰਧਾਨ ਮੰਤਰੀ ਨੇ ਠੀਕ ਕੀਤਾ। In my opinion, what he did is right, and he should speak openly so people should know about it. No diplomatic needed. He already spoke with Modi in India, पर कुछ होया नहीं। तो उन्हें क्योंकि मोदी ने भी आम उन्हें क्या तू आया तेरे खालिस्तानी तो तुसी उनका साथ दे रहा है, उन छड़ दे। उन्हें भी ओपनली क्या इस तरह जस्टिन ट्रूडो ने भी ओपनली क्या कहा। So in my opinion, what happened is okay, but I'm sure it will change, क्योंकि इंडिया दी हाले भी करेंसी ना 61 रुपीज ही है, $1। तुसी कंपेयर नहीं कर सकते अमेरिका दे नाल या कनाडा दे नाल। तो इंडिया हाले भी लो हैगा। ऑल्दो ਅਸੀਂ ਕਹਿ ਦਿੰਦੇ ਚੰਦਰਯਾਨ ਚਲਾ ਗਿਆ ਤੇ ਇਹ वो I'm sure that it's progressive, but the thing is it still needs lots of development. So in my opinion, it will take time, but it will be better afterwards. ਥੈਂਕ ਯੂ ਜੀ। ਥੈਂਕ ਯੂ ਮਨਜੀਤ ਜੀ। ਇੱਕ ਅਨੋਨਿਮਸ ਕਾਲਰ ਨੇ ਲਾਈਨ 4। ਹਾਂਜੀ, ਇਨ ਮਾਈ ਓਪੀਨੀਅਨ ਮਿਸਟਰ ਸਿੰਘ ਜੀ ਕਿ ਜਿਹੜਾ ਇਹਨਾਂ ਡਿਸੀਜਨ ਲਿਆ ਮਿਸਟਰ ਟਰੂਡੋ ਨੇ ਬਿਲਕੁਲ ਟੋਟਲੀ ਗਲਤ ਡਿਸੀਜਨ ਲਿਆ, ਕਿਉਂਕਿ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਇੱਕ ਕੰਟਰੀ ਦੇ ਉੱਪਰ ਵਿਦਾਊਟ ਐਨੀ ਪ੍ਰੂਫ, ਵਿਦਾਊਟ ਐਨੀ ਇਨਵੈਸਟੀਗੇਸ਼ਨ। ਆਪਾਂ ਤਾਂ ਇੱਕ ਕਿਸੇ ਪਰਸਨ ਤੇ ਵੀ ਐਲੀਗੇਸ਼ਨ ਲਗਾਉਣੀ ਹੋਵੇ ਤਾਂ ਉਹਦੇ ਲਈ ਵੀ ਆਪਾਂ ਨੂੰ ਪ੍ਰੂਫ ਚਾਹੀਦਾ ਬਿਫੋਰ ਆਪਾਂ ਕਿਸੇ ਤੇ ਐਲੀਗੇਸ਼ਨ ਲਗਾਉਂਦੇ ਹਾਂ। ਸੋ ਇਹ ਇਮੈਚਿਓਰ ਪਰਸਨ ਦਾ ਕੰਮ ਹੈਗਾ ਜੋ ਕੁਛ ਵੀ ਇਹਨੇ ਕੀਤਾ ਹੈਗਾ ਨਾ ਮਿਸਟਰ ਟਰੂਡੋ ਨੇ। ਹੁਣ ਇਹਦੇ ਲਈ ਆਮ ਪਰਸਨ ਜਿਹੜਾ ਹੈਗਾ ਉਹ ਸਫਰ ਕਰ ਰਿਹਾ ਹੈਗਾ, ਜਿਹੜਾ ਇੱਥੇ ਦੇ ਹੁਣ ਤੁਸੀਂ ਦੇਖ ਹੀ ਰਹੇ ਆ ਵੀਜ਼ੇ ਬੰਦ ਕਰ ਦਿੱਤੇ ਸਾਰਿਆਂ ਦੇ। ਤੁਸੀਂ ਇੰਪੈਕਟ ਹੋ ਰਹੇ ਹੋ ਵੀਜ਼ੇ ਬੰਦ ਕਰਨਾ? ਹਾਂਜੀ, ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਇੰਪੈਕਟ ਹੋ ਰਹੇ ਨੇ? ਸਾਡੇ ਤਾਂ ਨਹੀਂ ਸਾਡੇ ਤਾਂ ਚਲੋ ਕੋਈ ਨਹੀਂ ਜਾ ਰਿਹਾ, ਬਟ ਆਮ ਜਿਹੜੀ ਹੁਣ ਪਬਲਿਕ ਹੈਗੀ ਆ ਉਹ ਤਾਂ ਸਫਰ ਕਰ ਰਹੀ ਹੈਗੀ ਨਾ ਇਸ ਡਿਸੀਜ਼ਨ ਦੇ ਕਰਕੇ। ਤੇ ਦੂਸਰੀ ਗੱਲ ਇਹਦੇ ਵਿੱਚ ਇਹ ਆ ਰਹੀ ਆ ਕਿ ਤੁਸੀਂ ਐਡਾ ਵੱਡਾ ਡਿਸੀਜ਼ਨ ਪੂਰਾ ਦੇ ਰਹੇ ਆ, ਤੁਸੀਂ ਪਹਿਲਾਂ ਦੇਖੋ ਵੀ ਕੀ ਕਰਨਾ। ਤੁਸੀਂ ਕੰਟਰੀ ਨੂੰ ਖਰਾਬ ਕਰਨ ਤੇ ਕਿਉਂ ਆਏ ਹੋਏ ਆ? ਜਿੱਥੇ ਆਪਾਂ ਰਹਿ ਰਹੇ ਆ, ਜੇ ਖਾਲਿਸਤਾਨੀ ਤੁਸੀਂ ਮੰਗਦੇ ਹੀ ਆ, ਤੁਸੀਂ ਗੋ ਬੈਕ ਟੂ ਹੋਮ। ਤੁਸੀਂ ਕੰਟਰੀ ਜਿੱਥੋਂ ਉੱਠ ਕੇ ਆਏ ਆ ਉੱਥੇ ਤੁਹਾਤੋਂ ਆਪਣੀ ਕੋਈ ਉਹ ਲੈ ਨਹੀਂ ਹੋਇਆ। ਇੱਥੇ ਆ ਕੇ ਤੁਸੀਂ ਇਸ ਕੰਟਰੀ ਨੂੰ ਵੀ ਖਰਾਬ ਕਰਨ ਲੱਗੇ ਆ। ਇੱਥੇ ਇੰਨੇ ਕੁਛ ਇਸ਼ੂ ਚੱਲਦੇ ਪਏ, ਐਡੇ ਕੰਸਰਨ ਚੱਲਦੇ ਪਏ ਹੈਗੇ ਆ। ਸੋ ਇਹ ਕੰਸਰਨ ਵਿੱਚ ਬਾੜ ਕੇ ਹੁਣ ਆਪਾਂ ਆਪਣੀ ਰੈਪੂਟੇਸ਼ਨ ਇੱਥੇ ਸਾਡਾ ਹੀ ਰਹਿਣਾ ਵੀ ਆਪਣਾ ਗਾ ਫਿਊਚਰ ਆਪਣਾ ਹਾਰਡ ਕਰ ਰਹੇ ਆ ਇੱਥੇ। ਸੋ ਬਿਲਕੁਲ ਇਹ ਜਿਹੜਾ ਵੀ ਡਿਸੀਜ਼ਨ ਲੈ ਰਿਹਾ ਮਿਸਟਰ ਟਰੂਡੋ, ਇਹ ਟੋਟਲੀ ਕਹਿ ਦੋ ਵੀ ਗਲਤ ਹੈਗਾ। ਇਹਨੂੰ ਆਪਣੀ ਜੋ ਵੀ ਆ ਆਪਣੀ ਬੈਕ ਲੈਣਾ ਚਾਹੀਦਾ, ਇਹਨੂੰ ਸੌਰੀ ਮੰਗਣੀ ਚਾਹੀਦੀ ਹੈ ਵੀ ਜੋ ਵੀ ਇਹਨੇ ਕੀਤਾ। ਇਹਨੇ ਇਸ ਕਰਕੇ ਵੀ ਲਿਆ ਹੈਗਾ ਕਿਉਂਕਿ ਜਦੋਂ ਜਾ ਕੇ ਆਇਆ ਨਾ ਉੱਥੇ ਇਹਦੀ ਇਨਸਲਟ ਕਾਫੀ ਹੋਈ ਆ। ਫਸਟ ਆਫ ਆਲ ਇਹਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀਗੀ। ਚਲੋ ਵੀ ਪਰਸਨ, ਚਲੋ ਮਿਸਟਰ ਹਰਦੀਪ ਮੇਜਰ ਜੀ ਉਹਨਾਂ ਦੀ ਡੈਥ ਹੋਈ ਆ, ਸਾਰੇ ਫੀਲ ਬੈਡ ਕਰਦੇ, ਬਟ ਕੋਈ ਹੀ ਵਾਸ ਜਸਟ ਅ ਮੈਂਬਰ ਆਫ ਦਾ ਗੁਰਦੁਆਰਾ। ਕੋਈ ਹੁਣ ਇੱਥੇ ਸਕੂਲ ਹੀ ਵਾਸ ਅ ਪ੍ਰੈਜ਼ੀਡੈਂਟ। ਹਾਂਜੀ, ਪ੍ਰੈਜ਼ੀਡੈਂਟ ਸੀ, ਜਸਟ ਆਮ ਪਰਸਨ। ਸੋ ਤੁਸੀਂ ਐਡਾ ਵੱਡਾ ਇੱਕ ਪਰਸਨ ਦੇ ਲਈ ਐਲੀਗੇਸ਼ਨ ਇੱਕ ਕੰਟਰੀ ਤੇ ਲਗਾ ਰਹੇ ਆ ਜਸਟ ਫॉर ਦਾ ਵਨ ਪਰਸਨ। ਹਾਊ ਅਬਾਊਟ ਜਿਹੜੇ ਇੱਥੇ ਇੰਨੇ ਲੋਕੀ ਮਰਦੇ ਆ, ਇੰਨਾ ਕੁਛ ਹੁੰਦਾ ਤੇ ਉਹ ਜਸਟ ਆਮ ਪਬਲਿਕ ਚ ਆ ਜਾਂਦੇ ਆ। ਦੇਖੋ, ਕਿਸੇ ਵੀ ਮੁਲਕ ਦੀ ਜਿਹੜੀ ਸੋਵਰਨਟੀ ਹੈ ਨਾ ਭੈਣ ਜੀ, ਉਹ ਬਹੁਤ ਇੰਪੋਰਟੈਂਟ ਆ। ਮੇਰਾ ਖਿਆਲ ਆ ਉਹਨਾਂ ਨੇ ਇਹ ਗੱਲ ਸਪਸ਼ਟ ਵੀ ਕੀਤੀ ਆ ਕਿ ਇਸ ਮੁਲਕ ਦੀ ਸੰਵਿਧਾਨਤਾ, ਉਹ ਕਹਿੰਦੇ ਕਿ ਮੇਰੇ ਕੋਲ ਪੁਖਤਾ ਸਬੂਤ ਨੇ ਜਾਂ ਪੁਖਤਾ ਜਾਣਕਾਰੀ ਹੈ ਕਿ ਸਾਡੀ ਲੈਂਡ ਦੇ ਉੱਤੇ, ਸਾਡੀ ਸੋਇਲ ਦੇ ਆ ਕੇ ਬਾਹਰਲੇ ਮੁਲਕ ਵੱਲੋਂ ਕੋਈ ਬੰਦਾ ਮਰਵਾ ਦੇਣਾ, ਇਹ ਸਾਡੀ ਸੰਵਿਧਾਨਤਾ, ਸਾਡੀ ਸੋਵਰਨਟੀ ਦੀ ਉਲੰਘਣਾ ਹੈ। ਦਰਅਸਲ ਇੱਥੇ ਜਿਹੜੀ ਫਰੀਡਮ ਆਫ ਸਪੀਚ ਆ ਜਾਂ ਸਾਡਾ ਸੰਵਿਧਾਨ ਆ, ਉਹ ਵੱਖਰੇ ਤਰੀਕੇ ਨਾਲ ਲਾਗੂ ਕੀਤਾ ਹੋਇਆ, ਅਸਲੀ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਲਾਗੂ ਕੀਤਾ ਹੋਇਆ। ਉਹ ਉਸ ਦੇ ਮੁਤਾਬਕ ਗੱਲਬਾਤ ਕਰ ਰਹੇ ਨੇ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਠੀਕ ਕੀਤਾ ਜਾਂ ਉਹਨਾਂ ਨੇ ਗਲਤ ਕੀਤਾ, ਪਰ ਮੈਂ ਇਹ ਤੁਹਾਨੂੰ ਦੱਸ ਦੇਣਾ ਕਿ ਸਾਡੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੋਈ ਆ ਇਸ ਕੇਸ ਦੇ ਵਿੱਚ ਕਿ ਸੋਵਰਨਟੀ 'ਤੇ ਉਹਨਾਂ ਨੇ ਕਹਿੰਦੇ ਕਿ ਅਟੈਕ ਆ। ਪਰ ਹਾਂ, ਉਹ ਸਬੂਤ ਦੀ ਜਿਹੜੀ ਗੱਲ ਆ ਉਹ ਸਰਕਾਰਾਂ ਨੂੰ ਕਦੋਂ ਦਿੰਦੇ ਨੇ, ਕਿਹੋ ਜਿਹਾ ਦਿੰਦੇ ਨੇ, ਕਿ ਉਹ ਅਮਰੀਕਨ ਇਨਫੋਰਮੇਸ਼ਨ ਆ,
ਇਹ ਗੱਲ ਹਾਲੇ ਵੇਖਣ ਵਾਲੀ ਰਹਿੰਦੀ ਹੈ। ਰਣਜੀਤ ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੈਂ ਸਾਰੇ ਜਿਹੜੇ ਐਲੀਗੇਸ਼ਨਸ ਡਿਨਾਈ ਕਰਦੇ ਹਾਂ, ਬਾਕੀ 10% ਇੰਪੈਕਟ ਪੈਣਾ ਹੈ ਸਾਡੇ ਤੇ, ਬਟ ਜਿਹੜੇ ਇਨਕਮਿੰਗ ਕੈਨੇਡਾ ਨੂੰ ਹੈ ਜੀ ਉਹਨਾਂ ਤੇ ਕੋਈ ਇੰਪੈਕਟ ਨਹੀਂ। ਆਲਰੇਡੀ ਇਹ ਫਾਈਲਸ ਜਿਹੜੀਆਂ 1 ਮੰਥ ਐਗੋ ਪ੍ਰੋਸੀਡ ਹੋ ਚੁੱਕੀਆਂ, ਉਹਨਾਂ ਨੂੰ ਕੈਨੇਡਾ ਨੇ ਤੇ ਕਿਤੇ ਰੋਕਿਆ ਹੀ ਨਹੀਂ ਗਿਆ ਕਿਸੇ ਪੈਸੇਂਜਰ ਨੂੰ। ਠੀਕ ਹੈ ਜੀ। ਦੂਸਰਾ ਰਹੀ ਗੱਲ ਟਰੂਡੋ ਦੀ, ਉਹਨੇ ਦਿੱਤਾ ਬਿਆਨ, ਚਾਹੇ ਉਹ ਟਰੂਡੋ ਦੇ ਦਿੰਦੇ, ਹੋਮ ਮਿਨਿਸਟਰ ਦੇ ਦਿੰਦੇ, ਫੋਰਨ ਮਿਨਿਸਟਰ, ਉਹ ਤਾਂ ਗੱਲ ਇੱਕ ਹੀ ਸੀਗੀ। ਤੀਸਰੀ ਗੱਲ ਇਹ ਹੈ ਵੀ ਜੇ ਅੱਜ ਅਸੀਂ ਕਿਸੇ ਫੰਕਸ਼ਨ 'ਚ ਇਨਵਾਈਟਡ ਹੈ, ਜੇ ਤੁਹਾਨੂੰ ਨਹੀਂ ਰਿਸਪੈਕਟ ਦੇ ਹਿਸਾਬ ਨਾਲ ਬੁਲਾਇਆ ਜਾਂਦਾ ਤੇ ਤੁਸੀਂ ਰਿਐਕਸ਼ਨ ਘਰੇ ਆ ਕੇ ਦਓਗੇ, ਤੇ ਟਰੂਡੋ ਨੂੰ ਰਿਐਕਸ਼ਨ ਦੇਤਾ ਆਫਟਰ G20 ਤੋਂ ਬਾਅਦ, ਹੈ ਨਾ, ਆ ਕੇ। ਚਲੋ ਉਸ ਤੋਂ ਬਾਅਦ ਇਹ ਜ਼ਰੂਰਤ ਸੀਗੀ ਤੇ ਡੈਥ ਹੋਈ ਹੈ ਹਰਦੀਪ ਨਿੱਜਰ ਦੀ, ਜੇ ਇਸ ਨੂੰ ਉਹਨਾਂ ਨੇ 17 ਤੋਂ ਤਾਂ ਉਹ ਕਹਿ ਰਹੇ ਆ ਆਪਣੀ ਸਪਾਈ ਏਜੰਸੀ ਵੀ ਆ ਚੱਕਰ, ਹੈ ਨਾ, ਇੰਡੀਆ ਨੂੰ ਵੀ ਕੋਆਰਡੀਨੇਟ ਕਰ ਰਹੇ ਆ। ਉਸ ਤੋਂ ਬਾਅਦ ਹੋ ਗਿਆ, ਜੇ ਅੱਜ ਹੁਣ ਤੁਸੀਂ ਡਿਪਲੋਮੈਟਿਕ ਹੋ ਤਾਂ ਚਾਹੇ ਟਰੂਡੋ ਦੇ ਤੇ ਚਾਹੇ ਮਿਨਿਸਟਰ ਨੇ, ਇੰਡੀਆ ਦੇ ਤਾਂ ਮਿਨਿਸਟਰ ਦਾ ਇਹ ਹਾਲ ਹੈ ਵੀ ਐਜੂਕੇਸ਼ਨ ਮਿਨਿਸਟਰ ਦਾ ਬਿਆਨ ਦੇ ਰਿਹਾ, ਹੋਮ ਮਿਨਿਸਟਰ ਵਾਲੇ ਦਾ ਦੇ ਰਿਹਾ ਆ, ਫੋਰਨ ਮਿਨਿਸਟਰ ਫੋਰਨ ਵਾਲੇ ਦਾ ਦੇ ਰਿਹਾ ਆ, ਦੂਸਰਾ ਫਾਈਨੈਂਸ ਮਿਨਿਸਟਰ। ਸੋ ਇਹਨਾਂ ਚੀਜ਼ਾਂ ਨੂੰ ਸਾਰੇ ਪਾਸਿਓਂ ਇਹ ਡਿਨਾਈ ਕਰਦੇ ਆ। ਬਾਕੀ 10% ਪਿਆ ਹੈ, ਬਟ ਇੰਨੀ ਇੰਡੀਆ ਨੂੰ ਵੀ ਨਹੀਂ ਸਕਾਲ ਕਰਨੀ ਚਾਹੀਦੀ ਇਸ ਚੀਜ਼ ਤੇ। ਥੈਂਕ ਯੂ। ਦੇਖੋ, ਜਦ ਤੱਕ ਇਸ ਆਰਗੂਮੈਂਟ ਦਾ ਤਾਲੁਕ ਆ ਨਾ ਕਿ ਡਿਪਲੋਮੈਟਸ ਨਾਲ ਗੱਲ ਕਰਨੀ ਚਾਹੀਦੀ ਸੀ ਔਰ ਉਹ ਆਪਸ ਵਿੱਚ ਹੀ ਮਸਲਾ ਸੁਲਝਾ ਲੈਂਦੇ, ਰਾਜਦੂਤਾਂ ਨਾਲ ਗੱਲ ਕਰਦੇ, ਜਾਂ ਜਿਹੜਾ ਵੀ ਇਹ ਡਿਪਾਰਟਮੈਂਟਲ ਝਗੜਾ ਸੀ ਇਸ ਨੂੰ ਉਹਨਾਂ ਦੇ ਲੈਵਲ 'ਤੇ ਹੱਲ ਕਰਨਾ ਚਾਹੀਦਾ ਸੀ, ਡਿਪਲੋਮੈਟਿਕ ਲੈਵਲ ਦੇ ਉੱਤੇ। ਪਰ ਇਸ਼ੂ ਇਹ ਆ ਕਿ ਬਕ ਸਟਾਪਸ ਵਿਦ ਦ ਪ੍ਰਾਈਮ ਮਿਨਿਸਟਰ। ਸਭ ਤੋਂ ਵੱਡਾ ਡਿਪਲੋਮੈਟ ਪ੍ਰਾਈਮ ਮਿਨਿਸਟਰ ਹੈ। ਜੇ ਡਿਪਲੋਮੈਟਸ ਨਾਲ ਗੱਲ ਨਹੀਂ ਨਿਬੜਦੀ, ਸੋਵਰਨਟੀ ਦੀ ਉਲੰਘਣਾ ਹੋਈ ਆ, ਤਾਂ ਫਿਰ ਉਸ ਤੋਂ ਵੱਡਾ ਡਿਪਲੋਮੈਟ ਕੌਣ ਹੋ ਸਕਦਾ? ਲਖਵਿੰਦਰ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਇੰਡੀਆ ਜਾਣਾ ਸੀਗਾ, 25 ਜਣਿਆਂ ਦੀਆਂ ਟਿਕਟਾਂ ਬੁੱਕ ਕੀਤੀਆਂ ਹੋਈਆਂ ਆਲਰੇਡੀ। ਮੇਰੇ ਬ੍ਰਦਰ ਦਾ ਵਿਆਹ ਆ। ਵਾਹ। ਹਾਂਜੀ, ਤੇ ਹਾਲ ਦੀ ਬੁਕਿੰਗ ਸਾਰਾ ਕੁਝ ਡਨ ਆ, ਤੇ ਹੁਣ ਅਸੀਂ ਇੰਨੇ ਕੁ ਮਤਲਬ ਕਿ ਵਰੀਡ ਆ ਵੀ ਅਸੀਂ ਸਾਡੇ ਨਾਲ ਕੀ ਹੋਣਾ ਆ। ਉਧਰੋਂ ਕੁੜੀ ਵਾਲੇ ਵੀ ਫੋਨ ਆ ਰਹੇ ਆ ਵੀ ਕਿੱਦਾਂ ਹੋਣੀ ਆ ਨਾ, ਤੇ ਅਸੀਂ ਇਹੀ ਸੋਚ ਰਹੇ ਆ ਵੀ ਜਨਵਰੀ ਤੱਕ ਸਾਰਾ ਕੁਝ ਠੀਕ ਹੋ ਜਾਵੇ ਤਾਂ ਆਪਾਂ ਚਲੇ ਜਾਈਏ। ਬਟ ਟਿਕਟਾਂ ਦੇ ਪੈਸੇ ਨਹੀਂ ਦਿੱਤੇ ਹਲੇ? ਟਿਕਟਾਂ ਦੇ ਪੈਸੇ ਦੇ ਚੁੱਕੇ ਆ ਅਸੀਂ ਆਲਰੇਡੀ। ਸਾਰਿਆਂ ਦੀ ਟਿਕਟ ਅਸੀਂ ਪੂਰੀ ਫੈਮਿਲੀ 25% ਟੂਗੈਦਰ ਜਾ ਰਹੇ ਸੀਗੇ। ਹਾਂਜੀ, ਹੋਪਫੁਲੀ ਜਨਵਰੀ ਤੱਕ ਕੋਈ ਨਾ ਕੋਈ ਹੱਲ ਨਿਕਲ ਆਏ। ਥੈਂਕ ਯੂ। ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਆ ਜਿਹੜੇ ਲੋਕ ਬੋਲਦੇ ਆ ਟਰੂਡੋ ਫਲਾਨਾ ਢੀਂਗਾ ਫਲਾਨਾ, ਇਹ ਬੋਲੀ ਜਾਂਦੇ ਆ, ਉਹਦਾ ਮੂੰਹ ਚੱਕ ਕੇ ਟਰੂਡੋ ਨੇ ਬਿਆਨ ਸੋਚ ਸਮਝ ਕੇ ਦਿੱਤਾ, ਕੋਈ ਉਹਨੂੰ ਜਾਣਕਾਰੀ ਮਿਲੀ ਹੈ, US ਨੇ ਦਿੱਤੀ ਆ। ਐਵੇਂ ਤਾਂ ਨਹੀਂ ਕਹਤਾ, ਪਹਿਲਾਂ ਉਹਨੇ ਪੂਰਾ ਜ਼ੋਰ ਲਾਇਆ ਉੱਥੇ ਜਾ ਕੇ ਵੀ ਕਹਿ ਕੇ ਮੋਦੀ ਨੂੰ ਬਈ ਹਾਂ ਵੀ ਭਾਈ ਤੁਹਾਡਾ ਇਹ ਹੱਥ ਆ, ਤੁਸੀਂ ਇਹਦੇ ਬਾਰੇ ਸਾਨੂੰ ਦੱਸੋ। ਉਦੋਂ ਉਹਨਾਂ ਨੇ ਪੈਰਾਂ ਨਹੀਂ ਪਾਣੀ ਨਹੀਂ ਪੈਣ ਦਿੱਤਾ, ਹਜ਼ਾਰਾਂ ਸਿੱਖ ਮਾਰ ਕੇ ਇਹਨਾਂ ਨੇ ਪੈਰਾਂ ਤੇ ਪਾਣੀ ਪਾਣ ਦਿੱਤਾ, ਲੱਖਾਂ ਮਾਰ ਕੇ ਸੱਜਣ ਵਰਗੇ ਬਰੀ ਕਰਤੇ, ਤੇ ਉਦੋਂ ਨਹੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਉਹਦਾ ਹੁਣ ਕਿਵੇਂ ਮੰਨ ਜਾਣਗੇ ਚੋਰ ਮੁਲਕ ਵਾਲੇ? ਉਹ ਆ ਬੋਲੀ ਜਾਂਦੇ ਆ ਕੇ ਮੂੰਹ ਜਾ ਕੇ ਸਾਨੂੰ ਫਲਕ ਪੈ ਗਿਆ, ਸਾਨੂੰ ਫਲਕ ਪੈ ਗਿਆ, ਅਸੀਂ ਵੀ ਜਾਣਾ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਸਾਡੇ ਸਿੱਖ ਹਜ਼ਾਰਾਂ ਸ਼ਹੀਦ ਹੋ ਗਏ, ਉਹਨਾਂ ਨੇ ਆਪਣੇ ਘਰ ਬਰਬਾਦ ਕਰਾ ਲਏ, ਉਹਨਾਂ ਨਾਲ ਤਾਂ ਨਹੀਂ ਉੱਪਰ ਹੋ ਗਿਆ ਸੀ। 4 ਪੈਸੇ ਸਾਡੇ ਮਰ ਜਾਣਗੇ, ਮੌਤ ਨਹੀਂ ਪੈਣ ਲੱਗੀ ਸਾਨੂੰ, ਕਿਤੇ ਨਹੀਂ ਸਾਨੂੰ ਕੁਛ ਹੋਣ ਲੱਗਿਆ ਜੀ। ਤੇ ਆ ਕੇ ਬੋਲ ਦਿੰਦੇ ਆ ਟਰੂਡੋ ਫਲਾਨਾ, ਜਿਹੜਾ ਕੁਛ ਉਹ ਕਰੇ ਉਹ ਦੇਖਦੇ ਨਹੀਂ। ਉਹਨਾਂ ਨੇ ਤਾਂ ਸਗੋਂ ਤੁਹਾਡੀ ਸੰਗੀ ਨੱਪੀ ਆ, ਤੁਹਾਡਾ ਵੀਜ਼ਾ ਬੰਦ ਕੀਤਾ। ਕੈਨੇਡਾ ਨੇ ਫਿਰ ਵੀ ਆਪਣਾ ਬੜਪਣ ਦਿਖਾਇਆ, ਇਹਨਾਂ ਨੇ ਬੰਦ ਨਹੀਂ ਕੀਤਾ। ਜੇ ਇਹਨਾਂ ਨੇ ਲੇਬਰ ਚੱਕਣੀ ਹੋਵੇ ਸ੍ਰੀਲੰਕਾ ਤੋਂ, ਇੰਡੋਨੇਸ਼ੀਆ ਤੋਂ, ਜਿੱਥੇ ਮਰਜ਼ੀ ਚੱਕ ਲੈਣ। ਗੱਲ ਤਾਂ ਇਹ ਹੈ ਜੀ, ਮਨੁੱਖਤਾ ਦਾ ਕਤਲ ਕੀਤਾ ਗਿਆ। ਇੱਕ ਲੇਡੀ ਬੋਲ ਕੇ ਗਈ ਆ, ਇੱਕ ਬੰਦੇ ਖਾਤਰ ਕਤਲ ਹੋ ਗਿਆ ਜੀ। ਇੱਕ ਮੁਲਕ ਤੇ ਜਾਂਦਾ ਤਾਂ ਕੀ ਗੱਲ ਬੰਦਾ, ਜੇ ਤੇਰਾ ਪੁੱਤ ਮਾਰ ਦੇਵੇ ਕੋਈ ਆ ਕੇ ਇੱਥੇ ਬਾਹਰਲੇ ਮੁਲਕ ਚੋਂ, ਜਾਂ ਤੇਰੇ ਪੁੱਤ ਨੂੰ ਕੋਈ ਮਾਰ ਦੇਵੇ, ਫਿਰ ਤੈਨੂੰ ਕੀ ਮਹਿਸੂਸ ਹੋਵੇ? ਥੈਂਕ ਯੂ। ਰਣਜੀਤ ਮਾਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਟਰੂਡੋ ਨੇ ਉਹ ਬੰਦਾ ਕਮਲਾ ਤੇ ਨਹੀਂ ਹੈਗਾ ਜਿਹਨੇ ਉਹਨੇ ਪਾਰਲੀਮੈਂਟ ਦੇ ਵਿੱਚ ਕਿਹਾ ਹੀ ਹੈ ਗੱਲ, ਕੋਈ ਉਹਦੇ ਕੋਲ ਪ੍ਰੂਫ ਹੋਊਗਾ, ਕੁਛ ਹੋਊਗਾ। ਅੱਜ ਹੀ ਤਾਂ ਨਹੀਂ ਉਹ ਸਾਰਿਆਂ ਨੂੰ ਚਿੱਟਾਂ ਫੜਾ ਦੂਗਾ ਵੀ ਆਹ ਚੱਕੋ ਪ੍ਰੂਫ। ਅਸੀਂ ਟਰੂਡੋ ਨਾਲ ਲੱਕ ਸਾਡੇ ਆਪਦੇ ਪਰਸਨਲ ਇਸ਼ੂਜ਼ ਹੈਗੇ ਆ ਕੈਨੇਡਾ ਦੇ, ਰਾਈਟ, ਉਹ ਡਿਫਰੈਂਟ ਗੱਲ ਆ। ਪਰ ਜਿਹੜਾ ਇੰਡੀਆ ਦਾ ਨਾ ਗੋਦੀ ਮੀਡੀਆ ਹੋਇਆ, ਆ ਜਿਹੜੇ ਇੰਡੀਆ ਵਾਲੇ ਹੋਏ ਹਨਾ, ਇਹ ਇੰਨਾ ਟਰੂਡੋ ਦੀ ਭੰਡੀ ਪੱਟਦੀ, ਟਰੂਡੋ ਨੇ ਆਹ ਕਰਤਾ, ਇਹ ਕਰਤਾ, ਉਹ ਕਰਤਾ, ਸਮਝ ਨਹੀਂ ਆਉਂਦੀ। ਜੇ ਬੰਦਾ ਮਾਰਿਆ ਆ, ਬੰਦਾ ਕਿਸੇ ਦਾ ਫੈਮਿਲੀ ਸੀ, ਅੱਜ ਉਹ ਮਾਰਿਆ, ਕੱਲ ਨੂੰ ਇੰਡੀਆ ਵਾਲੇ ਹੋਰ ਕਿਸੇ ਨੂੰ ਮਾਰ ਜਾਣਗੇ। ਸਭ ਨੂੰ ਆਪੋ ਆਪਣੀ ਟਿਕਟਾਂ ਦਾ ਫਿਕਰ ਪੈ ਗਿਆ। ਹਰੇਕ ਨੂੰ ਕੋਈ ਵੀ ਬੰਦਾ, ਕੋਈ ਇੰਡੀਆ ਦੀਆਂ ਬੰਦ ਹੋ ਜੂ, ਪਲੇਨ ਬੰਦ ਹੋ ਜੂ, ਇਹ ਹੋ ਜੂ, ਹੁੰਦਾ ਹੋਈ ਜਾਵੇ, ਹੋਰ ਪਲੇਨ ਨਹੀਂ ਹੈਗੇ।
ਜੇ ਇੰਡੀਆ ਦੇ ਵਿੱਚ ਜੇ ਉੱਥੇ ਜਾ ਕੇ ਕਿੰਨੇ ਕਤਲ ਹੁੰਦੇ ਆ, ਕਿੰਨੇ ਲੋਕੀ ਇੱਥੇ ਆ ਕੇ ਕਤਲ ਕਰ ਦਿੰਦੇ, ਤੇ ਕੈਨੇਡਾ ਚੁੱਪ ਰਵੇ ਵੀ ਠੀਕ ਹੈ ਉਹ ਪੰਜਾਬ ਚੋਂ ਆਇਆ ਜਾਂ ਇੰਡੀਆ ਤੋਂ ਆਇਆ, ਚੁੱਪ ਰਵੋ, ਮੂੰਹ ਸੀ ਲੈਣ ਪ੍ਰਾਈਮ ਮਿਨਿਸਟਰ। ਇੱਥੇ ਸਾਹਮਣੇ ਨਹੀਂ ਆਉਂਦੀ ਵੀ ਕਿਉਂ ਨਹੀਂ ਦਿਮਾਗ ਸਾਡੇ ਕੰਮ ਕਰਦੇ, ਵੀ ਉਹ ਬੰਦਾ ਕਮਲਾ ਨਹੀਂ ਹੈਗਾ। ਹਾਂ ਮੈਂ ਟਰੂਡੋ ਦੀ ਫੈਨ ਹੈ ਨਹੀਂ, ਪਰ ਮੈਂ ਇਸ ਗੱਲ ਤੇ ਮੈਂ ਟਰੂਡੋ ਦੇ ਨਾਲ ਆ, ਜੇ ਗੱਲ ਸੱਚੀ ਆ ਤੇ ਉਹਨੇ ਕਹੀ ਆ, ਰਾਈਟ। ਪਰ ਅੱਜ ਜਦੋਂ ਮੈਨੂੰ ਇੰਨਾ ਗੁੱਸਾ ਆਉਂਦਾ ਨਾ, ਜਦੋਂ ਆਪਣੇ ਪ੍ਰਾਈਮ ਮਿਨਿਸਟਰ ਨੂੰ ਕੈਨੇਡਾ ਦੇ ਨੂੰ ਗੋਦੀ ਮੀਡੀਆ ਇੰਨਾ ਨਿੰਦਦਾ ਰਹੇ ਰੱਬ ਦਾ ਨਾ, ਉਹ ਲੋਕੀ ਫੋਨ ਕਰਦੇ ਆ ਟਰੂਡੋ ਦੇ ਅਗੇਂਸਟ ਜਿਹੜੇ ਉਹ ਇੰਡੀਆ ਦੇ ਮੋਦੀ ਦੇ ਫੈਨ ਆ। ਬਸ ਮੈਨੂੰ ਤਾਂ ਇਹ ਪੱਕਾ ਪਤਾ, ਪਰ ਅਸੀਂ ਇਸ ਗੱਲੋਂ ਟਰੂਡੋ ਦੇ ਨਾਲ ਆ ਕਿਉਂਕਿ ਉਹਨੇ ਗੱਲ ਸੱਚੀ ਕੀਤੀ ਹੈ। ਟਿਕਟਾਂ ਕੈਂਸਲ ਹੁੰਦੀਆਂ ਹੋਈ ਜਾਣ, ਟੱਠੇ ਖੂਹ ਚ ਜਾਵੇ, ਏਅਰ ਇੰਡੀਆ ਨਹੀਂ ਆਉਂਦਾ ਨਾ ਆਵੇ, ਹੋਰ ਪਲੇਨ ਬਹੁਤ ਆ, ਜਿੰਨੇ ਮਰਜ਼ੀ ਚੜ ਕੇ ਜਿੱਥੇ ਮਰਜ਼ੀ ਜਾਓ। ਇੰਡੀਆ ਤੋਂ ਆਇਆ, ਜੇ ਇੰਡੀਆ ਤੇ ਨਹੀਂ ਜਾਵਾਂਗੇ ਤਾਂ ਕੀ ਉੱਥੇ ਪਹਾੜ ਟੁੱਟ ਜਾਊਗਾ? ਪਹਿਲਾਂ ਹੀ ਆਉਂਦੇ ਇੰਡੀਆ ਤੋਂ ਜੇ ਇੰਨਾ ਹੀ ਸਾਨੂੰ ਪਿਆਰ ਸੀਗਾ ਤਾਂ। ਰਣਜੀਤ ਕੌਰ ਜੀ, ਥੈਂਕ ਯੂ। ਲੱਕੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੇਖੋ ਜੀ, ਆਪਣਾ ਪ੍ਰਾਈਮ ਇੰਨਾ ਮੂਰਖਤਾ ਹੈ ਨਹੀਂ, ਉਹਨੇ ਜਿਹੜਾ ਬਿਆਨ ਦਿੱਤਾ ਮੇਰੇ ਹਿਸਾਬ ਨਾਲ ਬਹੁਤ ਸਹੀ ਦਿੱਤਾ। ਜੇ ਇਸ ਚੀਜ਼ ਨੂੰ ਨਾ ਨੱਥ ਪਾਈ ਗਈ, ਸਾਡੇ ਤਾਂ ਐਡੇ ਵੱਡੇ ਸਿੱਖਾਂ ਦੇ ਇਕੱਠ ਹੁੰਦੇ ਨੇ, ਕੱਲ ਨੂੰ ਕੋਈ AK-47 ਕੱਟ ਚ ਮਾਰਤਾ ਇਹਨਾਂ ਨੇ ਲਿਆ ਕੇ, ਫੇਰ ਕਿੱਧਰ ਨੂੰ ਜਾਊਗੀ ਗੱਲ? ਹੁਣ ਆਹ ਵਿੱਚ ਲੋਕ ਬੋਲਦੇ ਆ, ਉਹਨਾਂ ਚ ਬੂ ਹੋ ਗਈ ਵੀ ਸਿੱਖਾਂ ਨੇ ਸਾਡੇ ਨਾਲ ਨਫ਼ਰਤ ਕਰਦੇ ਆ, ਰਾਈਟ। ਪਰ ਇਹਨਾਂ ਨੂੰ ਇੱਥੇ ਨਹੀਂ ਇਹੋ ਜਿਹਾ ਭਚਾਲਾ ਪਾਉਣਾ ਚਾਹੀਦਾ। ਜੇ ਇਹੋ ਜਿਹਾ ਭਚਾਲਾ ਪਾਉਣਾ ਫਿਰ ਆਉਂਦੇ ਹੀ ਨਾ ਇੱਥੇ, ਰਾਈਟ। ਇੱਥੇ ਕਰਨ ਕੀ ਆਏ ਨੇ? ਥੈਂਕ ਯੂ। ਕਾਲ ਮੈਂ ਹੋਰ ਲੈ ਸਕਦਾ। ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸੁਣ ਰਹੇ ਆ ਗੱਲਾਂ ਬਾਤਾਂ ਆਪਣੇ ਲੋਕਾਂ ਦੀਆਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਨ੍ਹਾਂ ਦੀਆਂ ਟਿਕਟਾਂ ਕੈਂਸਲ ਹੋਈਆਂ ਉਹਨਾਂ ਦਾ ਦੁੱਖ ਆ, ਚੀਜ਼ ਦਾ ਹਰ ਇੱਕ ਦੇ ਕੰਮਕਾਰ ਹੁੰਦੇ ਆ, ਬਿਲਕੁਲ। ਬਟ ਇਹਦੇ ਵਿੱਚ ਇਹ ਆ ਵੀ ਜੇ ਕੋਈ ਸਟੈਪ ਨਾ ਚੱਕਿਆ ਜਾਵੇ, ਹੁਣ ਇੱਕ ਆਪਣੇ ਸਿਟੀਜ਼ਨ ਦੇ ਉੱਤੇ ਏਡਾ ਵੱਡਾ ਕਾਤਲਾਂ ਦਾ ਹਵਾਲਾ ਹੋ ਗਿਆ ਵਾ, ਤੇ ਇੱਕ ਜਿਹੜਾ ਆਪਾਂ ਇਹ ਕਹਿੰਦੇ ਉਹ ਇੱਕ ਆਮ ਬੰਦਾ ਸੀ ਸੁਖਦੀਪ ਸਿੰਘ, ਠੀਕ ਹੈ, ਇੱਕ ਆਮ ਬੰਦਾ ਵੇਖਣ ਨੂੰ ਸੀਗਾ, ਬਟ ਉਹ ਗੁਰਦੁਆਰੇ ਦਾ ਇੱਕ ਪ੍ਰੈਜ਼ੀਡੈਂਟ ਸੀਗਾ। ਦੂਸਰਾ, ਉਹ ਬੋਲਦਾ ਸੀਗਾ ਆਪਣੀ ਹੋਮਲੈਂਡ ਦੇ ਲਈ, ਤੇ ਉਹਦੇ ਉੱਤੇ ਇੰਡੀਆ ਗਵਰਨਮੈਂਟ ਨੇ ਨਾਮ ਰੱਖਿਆ ਹੋਇਆ ਸੀਗਾ, ਉਹਨਾਂ ਦੀ ਪੇਸ਼ ਨਹੀਂ ਸੀ ਜਾਂਦੀ। ਇਹ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਉਹਨੇ ਕਿਤੇ ਐਵੇਂ ਥੋੜ੍ਹੀ ਦੇ ਦਿੱਤਾ। ਆਪਾਂ ਆਮ ਵੀ ਕਹਿੰਦੇ ਆ ਵੀ ਜਿਹੜੇ ਮੁਲਕ ਦਾ ਖਾਈਏ ਉਹਨੂੰ ਨਿੰਦੀ ਦਾ ਨਹੀਂ ਗਿਆ, ਇੱਥੇ ਦੀ ਸਿਟੀਜ਼ਨਸ਼ਿਪ ਲਈ ਹੈ। ਤੇ ਜੋ ਕੁਛ ਇੰਡੀਆ ਗਵਰਨਮੈਂਟ ਨੇ ਕੀਤਾ, ਉਹਨਾਂ ਨੇ ਕੀਤਾ ਹੀ ਤਾਂ ਆ ਕਿ ਲੋਕ ਆਪਣੇ ਇਹਦੇ ਅਗੇਂਸਟ ਹੋਣ, ਇਹ ਉਹਨਾਂ ਦੀ ਪਾਲਿਸੀ ਹੈ। ਬਟ ਉਹਨਾਂ ਨੂੰ ਜੇ ਲੋਕਾਂ ਦਾ ਹੁੰਦਾ ਹੈ, ਉਹ ਨਾ ਕਰਦੇ। ਉਹਨਾਂ ਨੇ ਵੀ ਉਹਨੂੰ ਦੂਜੇ ਪਾਸੇ ਵੇਖੋ, ਉਹਨਾਂ ਨੇ ਵੀ ਸਹੀ ਨਹੀਂ ਕੀਤਾ। ਆਮ ਲੋਕਾਂ ਦਾ ਕੀ ਇਹਦੇ ਵਿੱਚ ਦੋਸ਼ ਹੈ? ਲੋਕਾਂ ਦੇ ਵੀਜ਼ੇ ਕੈਂਸਲ ਕਰਦੇ ਨੇ, ਉਸ ਗਵਰਨਮੈਂਟ ਨੂੰ ਤੁਸੀਂ ਨਿੰਦੋ ਜਿਹਨੇ ਵੀਜ਼ੇ ਕੈਂਸਲ ਕੀਤੇ ਆ। ਹੋਰ ਬੜਾ ਕੁਛ ਹੈ ਇਹਦੇ ਵਿੱਚ। ਅਸੀਂ ਵੀ ਹੋਰ ਸਾਡੇ ਮਤਭੇਦ ਹੋਣਗੇ ਟਰੂਡੋ ਸਾਹਿਬ ਦੇ ਨਾਲ, ਬਟ ਇਸ ਵਿਸ਼ੇ ਦੇ ਉੱਤੇ ਉਹਨਾਂ ਆਪਣੇ ਸਿਟੀਜ਼ਨ ਵਾਸਤੇ ਜੇ ਉਹਦੇ ਕੋਲ ਕੁਛ ਸੀਗਾ ਤਾਂ ਉਹਨੇ ਕਿਹਾ ਹੈਗਾ ਵਾ। ਇੰਨਾ ਲੋਕਾਂ ਨੂੰ ਨਹੀਂ ਇਹ ਜ਼ਹਿਰ ਉਗਲਣਾ ਚਾਹੀਦਾ। ਦੁੱਖ ਆ, ਲੋਕਾਂ ਦੇ ਕੈਂਸਲ ਹੋ ਰਹੇ ਆ, ਪਰ ਉਹਦੇ ਵਿੱਚ ਟਰੂਡੋ ਸਾਹਿਬ ਦਾ ਕੋਈ ਦੋਸ਼ ਨਹੀਂਗਾ, ਦੋਸ਼ ਉਸ ਗਵਰਨਮੈਂਟ ਦਾ ਹੈ ਜਿਹਨੇ ਵੀਜ਼ੇ ਕੈਂਸਲ ਕੀਤੇ ਆ। ਥੈਂਕ ਯੂ। ਹੋਰ ਕਾਲਸ ਮੈਂ ਨਹੀਂ ਲੈ ਸਕਦਾ। ਲੋਕ ਅਪਸੈਟ ਜ਼ਰੂਰ ਨੇ, ਕਨਫਿਊਜ਼ਨ ਵੀ ਹੈ ਇਸ ਦੇ ਬਾਰੇ 'ਚ। ਵੀਜ਼ੇ ਟੈਂਪਰੇਰੀ ਤੌਰ 'ਤੇ ਜਿਹੜੇ ਸਸਪੈਂਡ ਕੀਤੇ ਗਏ ਨੇ, ਉਸ ਦੇ ਨਾਲ ਲੋਕਾਂ ਨੂੰ ਬਹੁਤ ਕਸ਼ਟ ਪਹੁੰਚ ਰਿਹਾ ਹੈ। ਇਹ ਗੱਲ ਤਾਂ ਬੜੀ ਸਪਸ਼ਟ ਹੈ, ਪਰ ਕੁਛ ਲੋਕ ਕਹਿੰਦੇ ਕਿ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਅਤੇ ਦੂਜੀ ਗੱਲ ਜ਼ਿਆਦਾ ਇੰਪੋਰਟੈਂਟ ਹੈ ਕਿ ਕੈਨੇਡਾ ਦੀ ਸੋਵਰਨਟੀ 'ਤੇ ਹਮਲਾ ਹੋਇਆ ਔਰ ਪ੍ਰਧਾਨ ਮੰਤਰੀ ਨੇ ਜੋ ਕੀਤਾ ਉਸ ਦੀ ਉਹ ਸਪੋਰਟ ਕਰ ਰਹੇ ਹਨ। ਦੂਸਰੇ ਪਾਸੇ ਜਿਹੜੇ ਟਰੂਡੋ ਦੇ ਆਲੋਚਕ ਨੇ ਉਹ ਇਹ ਵੀ ਕਹਿ ਰਹੇ ਆ ਕਿ ਸਮੱਸਿਆਵਾਂ ਡੋਮੈਸਟਿਕਲੀ ਬਹੁਤ ਵੱਧ ਗਈਆਂ ਸੀ, ਮਹਿੰਗਾਈ, ਇੰਟਰਸਟ ਰੇਟ ਅਤੇ ਹੋਰ, ਔਰ ਪੋਲਸ ਦੇ ਵਿੱਚ ਉਹ ਥੱਲੇ ਜਾ ਰਹੇ ਸਨ ਅਤੇ ਉਹਨਾਂ ਨੇ ਚੈਨਲ ਬਦਲ ਦਿੱਤਾ ਹੈ। ਦੂਸਰੇ ਪਾਸੇ ਬਾਕੀ ਦੇ ਜਿਹੜੇ ਆਪੋਜੀਸ਼ਨ ਲੀਡਰ ਨੇ, ਦੋਨੇ ਹੀ, ਤਿੰਨੇ ਹੀ ਦਰਅਸਲ, ਉਹ ਸਾਰੇ ਟਰੂਡੋ ਦੇ ਨਾਲ ਨੇ। ਬੇਸ਼ੱਕ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਇਸ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜੀ ਕ੍ਰੈਡੀਬਲ ਇਨਫੋਰਮੇਸ਼ਨ ਦੀ ਗੱਲ ਚੱਲ ਰਹੀ ਹੈ, ਉਹ ਨਿਕਲੇਗੀ ਜ਼ਰੂਰ। ਉਹ ਕਿੰਨੀ ਕੁ ਕ੍ਰੈਡੀਬਲ ਆ ਇਹ ਤਾਂ ਬਾਅਦ 'ਚ ਅਸੈਸ ਕੀਤਾ ਜਾਏਗਾ, ਪਰ ਉਹ ਗੱਲ ਨਿਕਲੇਗੀ ਜ਼ਰੂਰ। ਕੋਈ ਨਾ ਕੋਈ ਇਨਫੋਰਮੇਸ਼ਨ ਜ਼ਰੂਰ ਮਿਲੇਗੀ। ਪੋਲੀਐਵ ਵੀ ਇਸ ਦੇ ਉੱਤੇ ਜ਼ੋਰ ਪਾ ਰਹੇ ਨੇ, ਪਰ ਜਿਹੜਾ ਏਕਤਾ ਦਾ ਸਬੂਤ ਕੈਨੇਡਾ ਦੀ ਸੋਵਰਨਟੀ ਲਈ ਤਿੰਨਾਂ ਹੀ ਲੀਡਰਾਂ ਨੇ ਦਿੱਤਾ, ਉਹ ਤਾਂ ਬੜਾ ਸਪਸ਼ਟ ਹੈ। ਬਾਕੀ ਵਿਚਾਰਾਂ ਦੇ ਵਿਰੋਧ ਦੇ ਬਾਵਜੂਦ ਬੇਸ਼ੱਕ ਕੰਜ਼ਰਵੇਟਿਵ ਪਾਰਟੀ, NDP ਜਾਂ ਹੋਰ ਕਿ ਬਕਵਾ ਵਗੈਰਾ, ਉਹਨਾਂ ਨੇ ਪ੍ਰਧਾਨ ਮੰਤਰੀ ਦੀ ਨਿਖੇਧੀ ਨਹੀਂ ਕੀਤੀ ਇਸ ਦੇ ਉੱਤੇ, ਸਗੋਂ ਉਹ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੇ ਨੇ। ਔਰ ਹਾਂ, ਬਾਕੀ ਦੇ ਜਿਹੜੇ ਮੁਲਕਾਂ ਦੇ ਲਈ ਕੈਨੇਡਾ ਖੜ੍ਹਦਾ ਰਿਹਾ, ਜਦ ਚੁਟਕੀ ਮਾਰੀ
ਕੈਨੇਡਾ ਦੇ ਫੌਜੀਆਂ ਸਮੇਤ ਉਹਨਾਂ ਨੂੰ ਕਦੇ ਇਰਾਕ 'ਚ ਲੈ ਗਏ, ਕਦੇ ਅਫਗਾਨਿਸਤਾਨ 'ਚ ਲੈ ਗਏ। ਔਰ ਉਹ ਲੋਕ ਜਿਹੜੇ ਅਮਰੀਕਾ ਦੇ ਲੀਡਰ ਨੇ ਉਹ ਡਟ ਕੇ ਨਾਲ ਨਹੀਂ ਖੜ੍ਹੇ ਹਨ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਸੇ ਅਫੀਸ਼ੀਅਲ ਤੋਂ ਬਿਆਨ ਦਵਾ ਦਿੱਤਾ, ਕਈ ਚੁੱਪ ਹੀ ਬੈਠੇ ਨੇ। ਫਰਾਂਸ ਨਾਲ ਬੜੀ ਯਾਰੀ ਰਹੀ ਔਰ ਇਹ ਲੋਕਾਂ ਦੇ ਆਪਣੇ ਇੰਟਰਸਟ ਨੇ, ਵਪਾਰਕ ਇੰਟਰਸਟ ਨੇ ਇੰਡੀਆ ਦੇ ਨਾਲ, ਔਰ ਉਹਨਾਂ ਨਾਲ ਸੰਬੰਧ ਖਰਾਬ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਉਹ ਸਾਰੇ ਖਾਮੋਸ਼ ਹਨ। ਸੋ ਦੇਖਦੇ ਹਾਂ ਕਿ ਗੱਲ ਕਿਸ ਵਾਢੇ ਬੈਠਦੀ ਹੈ, ਪਰ ਸਭ ਤੋਂ ਜਿਹੜੀ ਵੱਧ ਇੰਪੈਕਟ ਕਰ ਰਹੀ ਹੈ ਉਹ ਵੀਜ਼ਾ ਸਸਪੈਂਸ਼ਨ ਦੀ ਇਸ ਵੇਲੇ ਕਰ ਰਹੀ ਹੈ।